घोर समुंदर में बूढ़त थे, कब हो मिट है नहीं रे पछतायो। तत् विचार जह मथुरा, जग तारन को अवतार बनायो। जपयो जिन अर्जन गुरु, फिर संकट जो न गर्भ न आयो। जपयो जिन अर्जन देव गुरु, फिर संकट जो न गर्भ न आयो। परम सत्कारयोग गुरु रूप गुरु खालसा साध संगत जी, आप समुचियां सिख संगतां सतगुरां दे पावन दरबार दे विच सुभाएमान हो। जो महापुरखां दे वल्लों शहीदां दे सरताज धन धन साहिब श्री गुरु अर्जन देव साहिब महाराज जी दे पावन लासानी शहादत नूं मुख रखदिआं पावन गुरमत समागम रखे गए हैं। आप समुचियां सिख संगतां सतगुरां दे पावन दरबार दे विच सुभाएमान हो। आओ सब तो पहला जो कलगीधर महाराज जी ने फतेह बख्शी हुई है, फतेह नूं सरवण करिए। सारे गज बज के बुलाओ। वाहिगुरु जी का खालसा, वाहिगुरु जी की फतेह। हुणे हुणे जो कविसरी सिंह साहिब सी, उन्हां ने आप जी दे नाल बाबा बंदा सिंह बहादुर जी ने जो सरहंद फतेह कीती, उस दी बाबत विचार सांझी कीती। दास दा विशा नहीं, जिस मकसद नूं रख के सतगुरां दी शहीदी मनाई जा रही है, दास कोशिश करेगा भी विचारधारा उसे दे अनुसार ही रखे। फिर भी आप जी दी ज्ञात दे वास्ते जो बंदा सिंह बहादुर ने सरहंद फतेह कीती, सरहंद दा पुराना नाम की सी, ते जदों सरहंद फतेह कीती सी गुरु सवारियो, तां खालसे ने 3 बड़मुल्ले उत्थे मते पास कीते सी सरहंद दे विच। गुरु साहिब किरपा करन, वो किहड़े किहड़े मते पास कीते, उन्हां दे विच की खालसे ने मुख रखिया, वो विचार साध संगत जी जे फरहान सरहंद फतेह दिवस दे उत्ते करांगे तां अच्छी लगेगी। आओ अज जो आपां ने श्री गुरु अर्जन देव साहिब महाराज जी शहीदी दे दिहाड़े नूं मुख रखदिआं गुरमत समागम रखे है। सतगुरां दा जो शहीदी दिहाड़ा है वो कल नूं है, लेकिन सतगुरां दी शहीदी दिहाड़े होए, अवतार पुरब होए, गुरता गद्दी दिवस होए, इहनूं सिख संगतां साध संगत जी वखो वखरे दिनां दे उत्ते मना लैंदे है। आओ श्री गुरु अर्जन देव साहिब महाराज जी दी शहीदी दे मुख कारण की सी, ते श्री गुरु अर्जन देव साहिब महाराज जी नूं किस तरह तसीहे दिते गए, ते की कारण सी, जिहड़े बादशाह सी जहांगीर वो की चाहुंदा सी। श्री गुरु
ਅਰਜਨ ਦੇਵ ਸਾਹਿਬ ਮਹਾਰਾਜ ਜੀ ਜਦੋਂ ਬਾਲਕ ਅਵਸਥਾ ਵਿੱਚ ਹੀ ਸਨ, ਇੱਕ ਦਿਨ ਬੀਬੀ ਭਾਨੀ ਜੀ ਕਿਸੇ ਕਾਰਜ ਵਿੱਚ ਰੁੱਝ ਗਏ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਮਾਧੀ ਵਿੱਚ ਲੀਨ ਸਨ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਾਲਕ ਅਵਸਥਾ ਦੇ ਵਿੱਚ ਆ ਕੇ ਸਤਿਗੁਰਾਂ ਦੇ ਸਿੰਘਾਸਣ ਦੇ ਉੱਪਰ ਸਿੰਘਾਸਣ ਨੂੰ ਹਿਲਾਉਣ ਲੱਗੇ। ਸਿੰਘਾਸਣ ਹਿਲਾਇਆ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਸਮਾਧੀ ਤੋਂ ਅਥਾਨ ਹੋਏ ਤੇ ਬਚਨ ਕੀਤੇ, ਕਹਿੰਦੇ ਇਸ ਮੰਜੀ ਕਿਸ ਨੇ ਹਿਲਾਈ ਹੈ। ਜਦੋਂ ਵੇਖਿਆ ਬਾਲਕ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਨ ਤਾਂ ਬਚਨ ਕੀਤਾ, ਕਹਿਣ ਲੱਗੇ ਵੀ ਇਹ ਭਾਰੀ ਗੁਰੂ ਹੋਵੇਗਾ। ਜਦੋਂ ਚੱਕਣ ਲੱਗੇ ਹੱਥਾਂ ਤੇ ਵਜਨ ਬਹੁਤ ਸੀ, ਕਹਿੰਦੇ ਭਾਰੀ ਗੁਰੂ ਹੋਵੇਗਾ। ਤੇ ਬਚਨ ਕੀਤਾ, ਦੋ ਹੇਥਾ ਬਾਣੀ ਕਾ ਬੋ ਹੇਥਾ। ਇਹ ਕਹਿੰਦੇ ਕਲਯੁਗ ਦੇ ਵਿੱਚ ਇੱਕ ਐਸਾ ਬਾਣੀ ਰੂਪ ਜਹਾਜ਼ ਕਾਇਮ ਕਰੇਗਾ ਜਿਸ ਜਹਾਜ਼ ਦੇ ਉੱਪਰ ਚੜ੍ਹ ਕੇ ਇਸ ਯੁੱਗ ਦੇ ਵਿੱਚ ਨਹੀਂ, ਯੁੱਗਾਂ ਜਗਾਂਤਰਾਂ ਦੇ ਵਿੱਚ ਜਿੰਨੇ ਵੀ ਜੀਵ ਨੇ ਉਹ ਚੜ੍ਹ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਨਗੇ। ਇਉਂ ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 11.5 ਸਾਲ ਸ੍ਰੀ ਗੋਇੰਦਵਾਲ ਸਾਹਿਬ ਰਹੇ। ਉਸ ਤੋਂ ਬਾਅਦ ਆਪ ਜੀ ਨੇ ਇਤਿਹਾਸ ਸੁਣਿਆ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਲਾਹੌਰ ਭੇਜਿਆ। ਲਾਹੌਰ ਵਿੱਚ ਜੋ ਆਪਣੇ ਪਿਤਾ ਤਾਇਆ ਜੀ ਸਨ ਸੁਹਾਰੀ ਮੱਲ ਜੀ, ਉਹਨਾਂ ਦੇ ਵਿਆਹ ਦਾ ਕਾਰਜ ਨੇਪਰੇ ਚਾੜ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਚੌਥੇ ਪਾਤਸ਼ਾਹ ਨੂੰ ਬੈਰਾਗ ਦੀਆਂ ਚਿੱਠੀਆਂ ਲਿਖੀਆਂ ਸਨ। ਉਹ ਆਪ ਜੀ ਨੇ ਅਨੇਕਾਂ ਵਾਰ ਸੁਣਿਆ ਹੈ। ਤੇ ਜਦੋਂ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਲੈ ਕੇ ਆਏ ਸੀ, ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਸੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਸਮਾਂ ਲੰਘਦਾ ਗਿਆ, ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੀਆਂ ਰਹੀਆਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਖੁਸ਼ੀਆਂ ਪ੍ਰਾਪਤ ਕਰਕੇ ਜਿਸ ਨੂੰ ਸੰਸਾਰੀ ਚੀਜ਼ਾਂ ਦੀ ਲੋੜ ਸੀ ਉਹ ਸੰਸਾਰੀ ਚੀਜ਼ਾਂ ਲਿਜਾਂਦੇ ਰਹੇ ਸਤਿਗੁਰਾਂ ਦੀ ਹਜ਼ੂਰੀ ਵਿੱਚੋਂ। ਜਿਸ ਨੂੰ ਮੁਕਤੀ ਦੀ ਇੱਛਾ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਮੁਕਤੀ ਪ੍ਰਾਪਤ ਕਰਾ ਕੇ ਸਾਰੇ ਇਉਂ ਆਪੋ ਆਪਣੇ ਮਨੋਰਥਾਂ ਨੂੰ ਲੈ ਕੇ, ਸੰਕਲਪਾਂ ਨੂੰ ਲੈ ਕੇ ਜੋ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਰਿਹਾ ਸੀ ਉਹ ਦਾਤਾਂ ਪ੍ਰਾਪਤ ਕਰ ਰਹੇ ਸੀ। ਇਉਂ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਜਦੋਂ ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ ਸਨ, ਜਿਹੜਾ ਬਾਦਸ਼ਾਹ ਸੀ, ਪਹਿਲਾਂ ਤਾਂ ਇਹ ਸਾਧ ਸੰਗਤ ਜੀ ਦੇਖੋ, ਸ਼ਹੀਦੀ ਦੇ ਵਿੱਚ ਆਮ ਤੁਸੀਂ ਸੁਣਿਆ ਚੰਦੂ ਦਾ ਜ਼ਿਆਦੇ ਰੋਲ ਅਦਾ ਕੀਤਾ ਜਾਂਦਾ ਹੈ ਪ੍ਰਚਾਰਕਾਂ ਵੱਲੋਂ, ਵੀ ਮੁੱਖ ਕਾਰਨ ਚੰਦੂ ਦਾ ਸੀ। ਇਹ ਤਾਂ ਸਾਧ ਸੰਗਤ ਜੀ ਛੋਟੇ ਛੋਟੇ ਕਾਰਨ ਸਨ। ਅਸਲ ਵਿੱਚ ਮੁੱਖ ਕਾਰਨ ਸੀ ਜੋ ਬਾਦਸ਼ਾਹ ਸੀ। ਬਾਦਸ਼ਾਹ ਦੇ ਮਨ ਦੇ ਵਿੱਚ ਇਹ ਸੀ ਵੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਇਹ ਗੁਰਤਾ ਗੱਦੀ ਤੁਰੀ ਆਉਂਦੀ ਹੈ, ਹੁਣ 5ਵੇਂ ਥਾਂ ਦੇ ਉੱਪਰ ਹੈ। ਇਹ ਕਹਿੰਦੇ ਵੀ ਜਿੱਥੇ ਹਿੰਦੂ ਇਹਨਾਂ ਦੇ ਸ਼ਰਧਾਲੂ ਬਣ ਰਹੇ ਹੈ, ਉੱਥੇ ਕਈ ਜਿਹੜੇ ਮੁਸਲਮਾਨ ਲੋਕ ਨੇ ਵੀ ਉਹ ਵੀ ਇਹਨਾਂ ਦੀ ਸ਼ਰਨ ਵਿੱਚ ਜਾ ਕੇ ਇਹਨਾਂ ਦੇ ਸ਼ਰਧਾਲੂ ਬਣ ਰਹੇ ਆ। ਇਉਂ ਸਾਧ ਸੰਗਤ ਜੀ,
ਪਿਰਥੀ ਚੰਦ ਦੇ ਮਨ ਦੇ ਵਿੱਚ ਈਰਖਾ ਸੀ ਗੁਰਤਾ ਗੱਦੀ ਦੀ, ਵੀ ਮੈਨੂੰ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ। ਚੰਦੂ ਦੇ ਨਾਲ ਮਿਲਿਆ, ਚੰਦੂ ਦੇ ਨਾਲ ਮਿਲ ਕੇ ਬਾਦਸ਼ਾਹ ਦੇ ਜਾ ਕੇ ਫਰਿਆਦ ਕੀਤੀ ਵੀ ਮੈਨੂੰ ਗੁਰਤਾ ਗੱਦੀ ਹੈ, ਅੱਧਾ ਮੈਨੂੰ ਮਿਲਣਾ ਚਾਹੀਦਾ ਹੈ, ਧਨ ਦੌਲਤ ਦੇ ਵਿੱਚੋਂ ਮੈਨੂੰ ਹਿੱਸਾ ਮਿਲਣਾ ਚਾਹੀਦਾ ਹੈ। ਇਉਂ ਸਾਧ ਸੰਗਤ ਜੀ ਉੱਥੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਵਜ਼ੀਰ ਖਾਂ ਸੀ, ਜਿਹਦਾ ਜਲੋਦਰ ਦਾ ਰੋਗ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਪੜ੍ਹ ਕੇ ਠੀਕ ਹੋਇਆ ਸੀ। ਉਹਨੇ ਉੱਥੇ ਪੇਸ਼ ਨਾ ਕੋਈ ਜਾਣ ਦਿੱਤੀ। ਚਲੋ ਗੁਰਤਾ ਗੱਦੀ ਦੀ ਤਾਂ ਨਹੀਂ ਵੰਡ ਹੋ ਸਕਦੀ ਸੀ, ਧਨ ਦੌਲਤ ਦੀ ਜਿਹੜੀ ਵੰਡ ਸੀ ਤਾਂ ਇਹਨੂੰ ਪਿਰਥੀਏ ਨੂੰ ਬਹੁਤ ਸਾਰਾ ਧਨ ਵੱਧ ਦਵਾ ਦੇ ਕੇ ਉਥੋਂ ਬੇਦਾਵਾ ਲਿਖ ਕੇ ਇਹਨੂੰ ਵਾਪਸ ਭੇਜ ਦਿੱਤਾ। ਜਦੋਂ ਵਾਪਸ ਆਇਆ, ਆ ਕੇ ਘਰੇ ਦੱਸਿਆ, ਕਰਮੋਂ ਨੂੰ ਜੋ ਖੁਸ਼ੀ ਹੋਣੀ ਸੀ ਖੁਸ਼ੀ ਨਾ ਹੋਈ। ਪਿਰਥੀ ਚੰਦ ਦੇ ਘਰ ਵਾਲੀ ਸੀ, ਕਹਿਣ ਲੱਗੀ ਧਨ ਪਦਾਰਥ ਭਾਵੇਂ ਬਹੁਤ ਸਾਰਾ ਮਿਲ ਗਿਆ ਪਰ ਗੁਰਤਾ ਗੱਦੀ ਮਿਲਣੀ ਸੀ। ਇਹ ਸਾਧ ਸਾਂਝੀ ਬੜੀ ਵਿਸਥਾਰ ਦੇ ਨਾਲ ਲੰਬੀ ਵਾਰਤਾ ਹੈ। ਫਿਰ ਸੁਲਹੀ ਖਾਂ ਦਾ ਭਤੀਜਾ ਸੀ ਸੁਲਭੀ ਖਾਂ। ਸੁਲਭੀ ਖਾਂ ਨੂੰ ਚੰਦੂ ਨੇ ਰਲ ਮਿਲ ਕੇ ਉਧਰੋਂ ਜਿਹੜਾ ਬਾਦਸ਼ਾਹ ਸੀ ਜਹਾਂਗੀਰ, ਅਸਲ ਵਿੱਚ ਇਹਦਾ ਨਾਮ ਪਹਿਲਾਂ ਸੀ ਸਾਧ ਸੰਗਤ ਜੀ ਸਲੀਮ। ਜਿਹੜਾ ਅਕਬਰ ਬਾਦਸ਼ਾਹ ਸੀ ਉਹ ਹੋਰਨਾਂ ਬਾਦਸ਼ਾਹਾਂ ਦੇ ਵਾਂਗੂ ਇਤਨਾ ਤਸੱਬੀ ਨਹੀਂ ਸੀ, ਭਾਵ ਜ਼ਾਲਮੀ ਨਹੀਂ ਸੀ। ਉਹਨੇ ਜਦੋਂ ਵੇਖਿਆ ਵੀ ਇਹਦਾ ਪੁੱਤਰ ਸੀ ਜਿਹੜਾ ਸਲੀਮ, ਇਹ ਬੜਾ ਅਜਾਸ਼ੀ ਤੇ ਖੁਦਗਰਜ ਹੋ ਗਿਆ ਸੀ, ਉਹਨੇ ਸੋਚਿਆ ਵੀ ਇਹ ਰਾਜ ਸੰਭਾਲਣ ਦੇ ਯੋਗ ਨਹੀਂ ਹੈ। ਉਸਨੇ ਆਪਣੇ ਪੋਤਰੇ ਖੁਸਰੋ ਨੂੰ ਸੋਚਿਆ ਵੀ ਮੈਂ ਬਾਦਸ਼ਾਹ ਦੇ ਜਿਹੜੀ ਜੋ ਸਾਡੀ ਚੱਲੀ ਆਉਂਦੀ ਹੈ ਪਰੰਪਰਾ, ਇਸ ਤੋਂ ਬਾਅਦ ਮੈਂ ਦਿੱਲੀ ਦੇ ਤਖਤ ਦੇ ਉੱਪਰ ਖੁਸਰੋ ਨੂੰ ਬਿਠਾਵਾਂਗਾ। ਇਸ ਨੂੰ ਪਤਾ ਲੱਗਿਆ, ਇਸ ਨੇ ਬਗਾਵਤ ਕਰ ਦਿੱਤੀ। ਬਗਾਵਤ ਕਰਕੇ ਜੋ ਅਕਬਰ ਦਾ ਮਿੱਤਰ ਸੀ ਉਹਦੇ ਨਾਲ ਜਾ ਕੇ ਮਿਲ ਗਿਆ ਤੇ ਉਹਦਾ ਕਤਲ ਕਰ ਦਿੱਤਾ। ਫਿਰ ਇੱਕ ਅਹਿਮਦ ਸਰਹੰਦੀ ਇਸ ਨੂੰ ਮਿਲਿਆ। ਅਹਿਮਦ ਸਰਹੰਦੀ ਵੀ ਚਾਹੁੰਦਾ ਸੀ ਵੀ ਜੋ ਗੁਰੂ ਨਾਨਕ ਦੀ ਗੱਦੀ ਚੱਲੀ ਆਉਂਦੀ ਹੈ ਵੀ ਇਸ ਗੱਦੀ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ, ਇਸਲਾਮ ਧਰਮ ਦੀ ਉન્નਤੀ ਕਿਵੇਂ ਕੀਤੀ ਜਾਵੇ। ਇਉਂ ਉਹਦੇ ਮਨ ਦੇ ਵਿੱਚ ਵੀ ਸੀ। ਤੇ ਫਿਰ ਉਹ ਸਲੀਮ ਨੂੰ ਕਹਿਣ ਲੱਗਾ ਵੀ ਵੇਖ, ਤੈਨੂੰ ਮੈਂ ਰਾਜ ਭਾਗ ਦਵਾ ਦੇਵਾਂਗਾ ਪਰ ਇੱਕ ਸ਼ਰਤ ਹੈ। ਉਹ ਕਹਿੰਦਾ ਦੱਸੋ? ਕਹਿੰਦਾ ਤੂੰ ਇਸਲਾਮ ਧਰਮ ਦੀ ਉન્નਤੀ ਦੇ ਲਈ, ਵਾਧੇ ਦੇ ਲਈ ਕੀ ਕਰੇਗਾ? ਤੈਨੂੰ ਮੈਂ ਰਾਜ ਤੈਨੂੰ ਦਵਾ ਦਿੰਦਾ ਹਾਂ। ਇਉਂ ਕਹਿਣ ਲੱਗਾ ਵੀ ਜੋ ਤੁਸੀਂ ਕਹੋਗੇ ਮੈਂ ਇਸਲਾਮ ਧਰਮ ਦੀ ਉન્નਤੀ ਦੇ ਲਈ ਉਹ ਹੀ ਕਰਾਂਗਾ ਜੋ ਤੁਸੀਂ ਕਹੋਗੇ। ਇਉਂ ਸਾਧ ਸੰਗਤ ਜੀ ਸਮਾਂ ਬੀਤਿਆ, ਅਕਬਰ ਇਸ ਸੰਸਾਰ ਤੋਂ ਚਲਾ ਗਿਆ ਤੇ ਉਧਰੋਂ ਖੁਸਰੋ ਨੂੰ ਜੇ ਤਾਂ ਅਕਬਰ ਆਪਣੇ ਹੁੰਦਿਆਂ ਹੀ ਗੱਦੀ ਤੇ ਬਿਠਾ ਦਿੰਦਾ ਤਾਂ ਪਰਜਾ ਦੇ ਵਿੱਚ ਗੱਲ ਚਲੀ ਜਾਣੀ ਸੀ। ਲੇਕਿਨ ਉਸਨੇ ਇੱਕ ਜਵਾਨੀ ਗੱਲ ਕਹੀ ਸੀ ਤੇ ਉਧਰੋਂ ਸਲੀਮ ਦਾ ਜ਼ੋਰ ਪੈ ਗਿਆ ਤੇ ਆਪਣੇ ਆਪ ਸਿੰਘਾਸਨ ਤੇ ਬੈਠ ਗਿਆ ਅਤੇ ਖੁਸਰੋ ਨੂੰ ਕੈਦ ਕਰ ਦਿੱਤਾ। ਨਾਲ ਜਿਹੜੇ ਉਹਦੇ ਪੱਖ ਦੇ ਸਨ 700 ਸਿਪਾਹੀ ਉਹਦੇ ਪੱਖ ਦਾ ਨਾਲ ਬੰਦ ਕਰ ਦਿੱਤਾ, ਕੈਦ ਕਰ ਦਿੱਤਾ। ਵਾਰਤਾ ਲੰਬੀ ਹੈ। ਖੁਸਰੋ ਸਿਪਾਹੀਆਂ ਦੇ ਨਾਲ ਮਿਲ ਕੇ ਕੈਦ ਦੇ ਵਿੱਚੋਂ ਰਿਹਾ ਹੋ ਗਿਆ, ਆ ਗਿਆ। ਉਧਰੋਂ ਜਦੋਂ ਵਜ਼ੀਰ ਖਾਨ ਬਾਦਸ਼ਾਹ ਦੇ ਨਾਲ ਚਲਾ ਗਿਆ ਲਾਹੌਰ ਵੱਲ ਨੂੰ, ਚੰਦੂ ਦੇ ਨਾਲ ਮਿਲ ਕੇ ਫਿਰ ਪਿਰਥੀ ਚੰਦ ਦਵਾਰੇ ਗਿਆ। ਫਿਰ ਪਿਰਥੀ ਚੰਦ ਤੇ ਚੰਦੂ ਨੇ ਤੇ ਉਧਰੋਂ ਸੁਲਹੀ ਖਾਨ ਨੇ ਆਪਸ ਵਿੱਚ ਦੀ ਸਲਾਹ ਕਰਕੇ ਸੁਲਭੀ ਖਾਨ ਨੂੰ ਭੇਜਿਆ ਵੀ ਜਾ ਤੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ ਗੱਦੀ ਤੇ ਵਿਰਾਜਮਾਨ ਨੇ ਗੁਰੂ ਨਾਨਕ ਦੀ, ਤੇ
ਉਹਨਾਂ ਨੂੰ ਜਾ ਕੇ ਤੂੰ ਉਹਨਾਂ ਦਾ ਘਰ ਘਾਟ ਖੋਲਾ ਅਤੇ ਉਹਨਾਂ ਦੀ ਜੋ ਗੁਰਤਾ ਗੱਦੀ ਹੈ ਤੂੰ ਗੁਰਤਾ ਗੱਦੀ ਪਿਰਥੀ ਚੰਦ ਨੂੰ ਦਬਾ ਕੇ ਆ। ਇਉਂ ਸਾਧ ਸੰਗਤ ਜੀ, ਜਦੋਂ ਸਲੱਬੀ ਖਾਂ ਆ ਰਿਹਾ ਸੀ, ਸਲੱਬੀ ਖਾਂ ਆਇਆ ਤਾਂ ਉਧਰੋਂ ਜਦੋਂ ਸਲੱਬੀ ਖਾਨ ਦੇ ਆਉਣ ਦਾ ਪਤਾ ਲੱਗਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਗੁਰਦਾਸ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਬਾਬਾ ਬੁੱਢਾ ਜੀ, ਇਤਿਹਾਦਿਕ ਜਿੰਨੇ ਵੀ ਗੁਰਸਿੱਖ ਸਨ, ਸਾਰਿਆਂ ਨੇ ਆ ਕੇ ਦੱਸਣਾ ਕੀਤਾ ਕਿ ਸਤਿਗੁਰੂ ਜੀ, ਸਾਨੂੰ ਖਬਰ ਮਿਲੀ ਹੈ ਵੀ ਸੁਲੱਭੀ ਖਾਂ ਗੁਰੂ ਨਾਨਕ ਦੇ ਘਰ ਦੇ ਉੱਪਰ ਚੜ੍ਹਾਈ ਕਰਕੇ ਆ ਰਿਹਾ ਹੈ। ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਇਕੱਤਰ ਕੀਤਾ। ਇਕੱਤਰ ਕਰਕੇ ਕਹਿਣ ਲੱਗੇ ਵੀ ਗੁਰਸਿੱਖੋ, ਤੁਹਾਡੀ ਸਲਾਹ ਕੀ ਹੈ, ਤੁਹਾਡਾ ਮਸ਼ਵਰਾ ਕੀ ਹੈ। ਜੋ ਸਾਰਿਆਂ ਨੇ ਸਾਧ ਸੰਗਤ ਜੀ ਸਲਾਹ ਦਿੱਤੀ ਆਪਣੀ, ਉਹ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਆਸਾ ਰਾਗ ਦੇ ਵਿੱਚ। ਸਤਿਗੁਰੂ ਨੇ ਉਹ ਹੀ ਵਾਰਤਾ ਜੋ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਕਹੀ, ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਪ੍ਰਿਥਮੇ ਮਤਾ ਜੇ ਪਤਰੀ ਚਲਾਵੋ। ਹੇ ਸਤਿਗੁਰੂ ਸਾਹਿਬ ਮਹਾਰਾਜ ਜੀ, ਸਾਡਾ ਸਾਰੇ ਗੁਰਸਿੱਖਾਂ ਦਾ ਇਹ ਮਤਾ ਹੈ, ਮਸ਼ਵਰਾ ਹੈ ਕਿ ਤੁਸੀਂ ਪੱਤਰੀ ਭੇਜ ਦੇਵੋ, ਬਾਦਸ਼ਾਹ ਨੂੰ ਚਿੱਠੀ ਲਿਖ ਕੇ ਭੇਜੋ ਵੀ ਇਹ ਸੁਲੱਭੀ ਖਾਂ ਗੁਰੂ ਘਰ ਤੇ ਚੜ੍ਹਾਈ ਕਿਉਂ ਕਰਕੇ ਆ ਰਿਹਾ ਹੈ, ਸਾਡਾ ਦੋਸ਼ ਕੀ ਹੈ। ਫਿਰ ਕਹਿੰਦੇ ਇਹ ਮਤਾ ਪਹਿਲਾ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਕਿਹਾ, ਫਿਰ ਦੂਸਰਾ ਕਿਹਾ, ਕਹਿੰਦੇ ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ। ਹੇ ਸਤਿਗੁਰੂ ਜੀ, ਸਾਡਾ ਦੂਸਰਾ ਮਸ਼ਵਰਾ ਹੈ ਕਿ ਦੋ ਮਨੁੱਖ ਭੇਜੋ, ਭਾਵ ਵਕੀਲ ਦੀ ਨਿਆਈ ਬਣਾ ਕੇ ਦੋ ਮਨੁੱਖਾਂ ਨੂੰ ਭੇਜੋ। ਉਹ ਮਨੁੱਖ ਜਾ ਕੇ ਬਾਦਸ਼ਾਹ ਨੂੰ ਆਪਣਾ ਪੱਖ ਦੱਸਣ। ਤੀਸਰਾ ਤ੍ਰਿਤੀਏ ਮਤਾ ਕੁਛ ਕਰੋ ਉਪਾਅ। ਕਹਿੰਦੇ ਤੀਸਰਾ ਮਤਾ ਹੈ ਵੀ ਤੁਸੀਂ ਕੋਈ ਉਪਾਅ ਕਰੋ। ਸਾਮ ਦਾਮ ਦੰਡ ਭੇਦ, ਇਹ ਚਾਰ ਨੀਤੀ ਦੇ ਸਾਧ ਸਾਂਝੀ ਭੇਦ ਨੇ। ਕਹਿੰਦੇ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਅਪਣਾਓ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ, ਜੇ ਪੱਤਰੀ ਭੇਜਦੇ ਹਾਂ ਇਹ ਹੀਣਤਾ ਵਾਲੀ ਗੱਲ ਹੈ। ਜੇ ਦੋ ਮਨੁੱਖ ਭੇਜਦੇ ਹਾਂ ਇਹ ਤਾਂ ਭੈ ਦਾ ਵਾਚਕ ਹੈ। ਇਹ ਤਾਂ ਸਮਝ ਲਓ ਵੀ ਇਹ ਬਾਦਸ਼ਾਹ ਕਹੇਗਾ ਵੀ ਡਰ ਗਏ ਨੇ। ਜਿਹੜਾ ਤੁਸੀਂ ਤੀਸਰਾ ਮਤਾ ਕਹਿੰਦੇ ਹੋ ਵੀ ਕੁਝ ਉਪਾਅ ਕਰੋ, ਸਾਮ ਦਾਮ ਦੰਡ ਭੇਦ ਦਾ, ਇਹ ਗੁਰੂ ਕੇ ਸਿੱਖੋ, ਇਹ ਰਾਜਨੀਤ ਲੋਕਾਂ ਨੂੰ ਚੰਗਾ ਲੱਗਦਾ ਹੈ, ਇਹ ਗੁਰੂ ਨਾਨਕ ਦੇ ਘਰ ਨੂੰ ਚੰਗਾ ਨਹੀਂ ਲੱਗਦਾ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਗਲਾ ਪਦ ਉਚਾਰਨਾ ਕੀਤਾ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਹੇ ਗੁਰੂ ਸਿੱਖੋ, ਮੈਂ ਸਾਰੇ ਆਸਰੇ ਛੱਡ ਕੇ ਬਸ ਕੇਵਲ ਹੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਹੀ ਧਿਆਉਣਾ ਕੀਤਾ ਹੈ। ਇਉਂ ਫਿਰ ਜਦੋਂ ਸੁਲੱਭੀ ਖਾਨ ਚੜ੍ਹਾਈ ਕਰਕੇ ਗਿਆ ਤਾਂ ਰਸਤੇ ਦੇ ਵਿੱਚ ਇਹਨੂੰ ਸੈਯਦ ਹਸਨ ਅਲੀ ਖਾਂ ਮਿਲਿਆ। ਉਹ ਮਿਲਿਆ, ਕਹਿਣ ਲੱਗਾ ਵੀ ਮੇਰੀ 2 ਸਾਲ ਦੀ ਤੇਰੇ ਵੱਲ ਤਨਖਾਹ ਰਹਿੰਦੀ ਹੈ। ਜਦੋਂ ਸੁਲੱਭੀ ਖਾਨ ਨੂੰ ਕਿਹਾ, ਅੱਗੋਂ ਸੁਲੱਭੀ ਖਾਨ ਨੇ ਇਹਨੂੰ ਗਾਲਾਂ ਕੱਢੀਆਂ, ਅਪਮਾਨਜਨਕ ਸ਼ਬਦ ਬੋਲੇ। ਇਤਨੇ ਨੂੰ ਵੀ ਇਹ ਸੈਯਦ ਹਸਨ ਅਲੀ ਖਾਂ ਕੋਈ ਸ਼ਬਦ ਬੋਲਦਾ, ਇਹਨੇ ਆਪਣੇ ਮਿਆਨ ਚੋਂ ਕਿਰਪਾਨ ਕੱਢ ਕੇ ਉਹਦਾ ਗਾਟਾ ਲਾ ਕੇ ਸੁਲੱਭੀ ਖਾਨ ਦਾ ਜੰਗਲਾਂ ਦੇ ਵਿੱਚ ਦੌੜ ਗਿਆ। ਇਉਂ ਸਾਧ ਸੰਗਤ ਜੀ, ਸੁਲੱਭੀ ਖਾਨ ਤਾਂ ਉੱਥੇ ਹੀ ਚੜ੍ਹਾਈ ਕਰ ਗਿਆ। ਪਿਰਥੀ ਚੰਦ ਨੇ ਫਿਰ ਜਾ ਕੇ ਚੰਦੂ ਨੂੰ ਤੇ ਸੁਲਹੀ ਖਾਨ ਨੂੰ ਜਾ ਕੇ ਕਿਹਾ
कि गुरु अर्जन देव साहब महाराज जी ने बड़े चोर रखे ने, धाड़वी रखे ने, डाकू रखे ने। उन्होंने हे सुली खां जिहड़ा तेरा भतीजा सी सुलभी खां वो मरवा दिता है। इउं जाके जदों कंन भरे फिर उथे साध संगत जी इहने बड़े हंकार दे विच सुलही खां ने अपनी दाढ़ी दे विच हथ मार के कहन लगा, हंकार दे विच कहंदा मैं गुरु अर्जन देव नूं फड़ के लियावांगा, ਉਹਨੂੰ ਇੱਥੇ ਘੜੀਸ ਕੇ ਲਿਆਵਾਂਗਾ, ਉਹਨੂੰ ਮੈਂ ਦੱਸਾਂਗਾ ਵੀ ਬਾਦਸ਼ਾਹ ਦੇ ਨਾਲ ਟੱਕਰ ਕਿਵੇਂ ਲਈਦੀ ਹੈ। ਇਉਂ ਹੰਕਾਰ ਦੇ ਸ਼ਬਦ ਬੋਲਿਆ। ਜਦੋਂ ਚੜ੍ਹਾਈ ਕਰਨ ਵਾਸਤੇ ਗਿਆ, ਸਤਿਗੁਰੂ ਸਾਹਿਬ ਮਹਾਰਾਜ ਤੇ ਚੜ੍ਹਾਈ ਕਰਨ ਲਈ ਤੁਰ ਪਿਆ। ਇਉਂ ਸਾਧ ਸੰਗਤ ਜੀ ਜਦੋਂ ਰਸਤੇ ਦੇ ਵਿੱਚ ਗਿਆ, ਪਿਰਥੀ ਚੰਦ ਦੇ ਕੋਲ ਜਿੱਥੇ ਹੇਰ ਨਗਰ ਹੈ, ਉੱਥੇ ਪਿਰਥੀ ਚੰਦ ਦਾ ਇੱਟਾਂ ਦਾ ਆਵਾ ਸੀ। उस आवे नूं वेखण वास्ते जदों गया तां इहदा घोड़ा तबक गया, थिड़क गया। थिड़किया कि घोड़ा जिथे इट्टां पक रहीआं सी आवे ते चढ़िया, आवे तो चढ़न तो बाद आवे दे विच डिग पिया। इउं इहदे गड़ासी हत्थ दे विच रखी होई सी, ओह गड़ासी दे नाल इहदा सिर लथ गया ते अग दे विच झुलस के मर गया। सतगुरु साहिब महाराज जी ने फिर पावन शब्द उच्चारण किया। जदों आके सिखां नूं दसिया कि सतगुरु जी जो सुली खां चढ़ाई करके आया सी वो इस संसार तो चलिया गया है। सतगुरां ने फिर पावन शब्द उच्चारण किया सी। एक तां जदों इहने दाड़े 'च हथ मारिया सी तां सतगुरां ने कहा सी, गरीबां उपर जे खिंजै दाड़ी पार ब्रह्म सा अग्न मैं साड़ी। वो बचन सच्चा होया। कहते पार ब्रह्म परमेश्वर कहते उसनूं अग दे विच साड़ेगा। दूसरा फिर शब्द उच्चारण किया सी, सुलही ते नारायण राख। हे गुरसिखो, जो सुलही गुरु घर ते चढ़ाई करके आया सी, इस तो उस अकाल पुरख वाहिगुरु ने आप ही रख लिया है। ते फिर जिहड़ा सुलही खां सी साध संगत जी वो मर गया सी। ये पावन शब्द सी जिहड़ा ये उच्चारण कीता सी। इउं साध संगत जी जदों सुलही खान भी मर गया, उधर चंदू दा जो एक मुख कारण अजकल जिहड़ा ज़्यादा ही प्रचलित है ਉਹ ਇਹ ਹੈ ਸਾਧ ਸੰਗਤ ਜੀ, ਅਣਜਾਣ ਪ੍ਰਚਾਰਕ ਵੀਰ ਕਹਿ ਦਿੰਦੇ ਆ ਵੀ ਚੰਦੂ ਦੀ ਲੜਕੀ ਦੇ ਰਿਸ਼ਤੇ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਵਾਬ ਦੇ ਦਿੱਤਾ ਸੀ। ਇਹ ਤਾਂ ਸਾਧ ਸੰਗਤ ਜੀ ਛੋਟਾ ਜਿਹਾ ਕਾਰਨ ਹੈ। ਉਹਨੇ ਆਪਣੀ ਲੜਕੀ ਜਿਹਦਾ ਨਾਂ ਸਦਾ ਕੌਰ ਸੀ, ਜਦੋਂ ਉਹਦੇ ਰਿਸ਼ਤੇ ਨੂੰ ਵਾਸਤੇ ਭੇਜੇ ਪੰਡਤ ਤੇ ਨਾਈ ਭੇਜਿਆ ਵੀ ਮੇਰੀ ਲੜਕੀ ਵਾਸਤੇ ਕੋਈ ਰਿਸ਼ਤਾ ਦੇਖੋ। ਉਹ ਗੁਰੂ ਘਰ ਦੀ ਮਹਿਮਾ ਸੁਣਦੇ ਸੁਣਦੇ ਜਦੋਂ ਲਾਹੌਰ ਵਿੱਚ ਪਹੁੰਚੇ ਸਨ, ਲਾਹੌਰ ਵਿੱਚ ਪਹੁੰਚੇ, ਗੁਰੂ ਘਰ ਦੀ ਮਹਿਮਾ ਸੁਣੀ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਾਤਾ ਪੱਕਾ ਕਰ ਗਏ। ਜਦੋਂ ਦਿੱਲੀ ਦੇ ਵਿੱਚ ਜਾ ਕੇ ਚੰਦੂ ਨੂੰ ਦੱਸਿਆ ਤਾਂ ਚੰਦੂ ਨੇ ਅੱਗੇ ਗੁਰੂ ਘਰ ਦੇ ਲਈ ਅਪਮਾਨਜਨਕ ਸ਼ਬਦ ਬੋਲੇ। ਕਹਿਣ ਲੱਗਾ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ, ਗੁਰੂ ਘਰ ਨੂੰ ਮੋਰੀ ਕਹਿ ਦਿੱਤਾ, ਆਪਣੇ ਆਪ ਨੂੰ ਚੁਬਾਰਾ ਕਹਿ ਦਿੱਤਾ। ਇਉਂ ਸਾਧ ਸੰਗਤ ਜੀ ਉੱਥੇ ਗੁਰੂ ਕੀਆਂ ਸਿੱਖ ਸੰਗਤਾਂ ਸੁਣ ਰਹੀਆਂ ਸੀਆਂ। ਉਹਨਾਂ ਨੇ ਸਤਿਗੁਰਾਂ ਨੂੰ ਚਿੱਠੀ ਲਿਖੀ। ਆਪ ਜੀ ਨੇ ਅਨੇਕਾਂ ਵਾਰ ਸੁਣਿਆ ਹੋਵੇਗਾ। ਉਧਰੋਂ ਸ਼ਗਨ ਕਰਨ ਵਾਸਤੇ ਪਹੁੰਚ ਗਏ ਤੇ ਉਧਰੋਂ ਚਿੱਠੀ ਪਹੁੰਚ ਗਈ। ਸਤਿਗੁਰਾਂ ਨੇ ਚਿੱਠੀ ਪੜ੍ਹ ਕੇ ਜਵਾਬ ਦੇ ਦਿੱਤਾ ਵੀ ਜੋ ਗੁਰੂ ਕੀਆਂ ਸੰਗਤਾਂ ਨੂੰ ਮਨਜ਼ੂਰ ਨਹੀਂ, ਉਹ ਗੁਰੂ ਨਾਨਕ ਦੇ ਗੁਰੂ ਘਰ ਨੂੰ ਵੀ ਪਸੰਦ ਨਹੀਂ ਹੈ। ਇਹ ਸਾਧ ਸਾਂਝੀ ਕਾਰਨ ਮੰਨਿਆ ਜਾਂਦਾ ਹੈ। ਦੂਸਰਾ ਜਿਹੜਾ ਛੋਟੇ ਕਾਰਨਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਵੀ ਪਿਰਥੀ ਚੰਦ ਗੁਰਤਾ ਗੱਦੀ ਲੈਣੀ ਚਾਹੁੰਦਾ ਸੀ। ਇਹ ਸਾਧ ਸੰਗਤ ਜੀ ਛੋਟੇ ਕਾਰਨ ਹੈ। ਦੇਖੋ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਜਵਾਬ ਦੇਣਾ ਇਹ ਤਾਂ ਇੱਕ ਆਮ ਝਗੜਾ ਹੋ ਗਿਆ। ਇਹ ਕੋਈ ਇਤਨਾ ਵੱਡਾ ਕੋਈ ਮੁੱਦਾ ਨਹੀਂ ਸੀ ਸਤਿਗੁਰਾਂ ਦੀ ਸ਼ਹੀਦੀ ਦਾ।
ਤੇ ਦੂਸਰਾ ਜੋ ਪਿਰਥੀ ਚੰਦ ਦੇ ਨਾਲ ਝਗੜਾ ਸੀ, ਇਹ ਤਾਂ ਆਮ ਘਰੇਲੂ ਝਗੜਾ ਸੀ, ਜੋ ਘਰਾਂ ਦੇ ਵਿੱਚ ਝਗੜੇ ਹੁੰਦੇ ਰਹਿੰਦੇ ਆ। ਤੀਸਰਾ ਜਿਹੜਾ ਕਾਰਨ ਸੀ, ਜਿਹੜਾ ਅਹਿਮਦ ਸਰਹੰਦੀ ਸੀ, ਅਹਿਮਦ ਸਰਹੰਦੀ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ ਵੀ ਗੁਰੂ ਘਰ ਜੋ ਗੁਰੂ ਨਾਨਕ ਦਾ ਚਲਾਇਆ ਹੋਇਆ ਪੰਥ ਹੈ, ਪੰਜਵੇਂ ਥਾਂ ਤੇ ਹੈ, ਵੀ ਇਹਨਾਂ ਦੇ ਬਹੁਤ ਸਾਰੇ ਹਿੰਦੂ ਲੋਕ ਵੀ ਸ਼ਰਧਾਲੂ ਬਣੀ ਜਾਂਦੇ ਆ, ਮੁਸਲਮਾਨ ਵੀ ਬਣੇ ਜਾਂਦੇ ਆ। ਇਉਂ ਉਹ ਈਰਖਾ ਕਰਦਾ ਸੀ। ਈਰਖਾ ਦੇ ਵਸ ਉਹ ਚਾਹੁੰਦਾ ਸੀ ਵੀ ਕਿਸੇ ਤਰ੍ਹਾਂ ਇਸ ਗੁਰੂ ਨਾਨਕ ਦੀ ਗੱਦੀ ਨੂੰ ਮੈਂ ਬੰਦ ਕਰ ਦੇਵਾਂ। ਚੌਥਾ ਕਾਰਨ ਜਿਹੜਾ ਸਾਧ ਸੰਗਤ ਜੀ ਮੁੱਖ ਕਾਰਨ ਹੈ, ਇਹ ਕਰਮ ਸਿੰਘ ਹਿਸਟੋਰੀਅਨ ਹੋਏ ਨੇ। ਉਹਨਾਂ ਨੇ ਲਾਹੌਰ ਦੇ ਵਿੱਚੋਂ ਜੋ ਜਹਾਂਗੀਰ ਦਾ ਖਾਨਦਾਨ ਸੀ, ਉਹ ਖਾਨਦਾਨ ਦੇ ਵਿੱਚੋਂ ਇੱਕ ਪੁਸਤਕ ਚੱਕੀ ਸੀ ਜਿਹਦਾ ਨਾਂ ਸੀ ਤੁਝ ਕੇ ਜਹਾਂਗੀਰ। ਉਹਦੇ ਵਿੱਚ ਲਿਖਿਆ ਜਹਾਂਗੀਰ ਨੇ ਵੀ ਅਸਲੀ ਕਾਰਨ ਕੀ ਸੀ। ਉਹ ਆਪਣੀ ਤੁਝ ਕੇ ਜਹਾਂਗੀਰ ਪੁਸਤਕ ਦੇ ਵਿੱਚ ਲਿਖਦਾ, ਜੋ ਫਾਰਸੀ ਦੇ ਵਿੱਚ ਸੀ, ਕਹਿੰਦਾ ਇੱਕ ਗੋਬਿੰਦਵਾਲ ਦਰਿਆ ਦੇ ਕਿਨਾਰੇ ਦੇ ਉੱਪਰ ਇੱਕ ਆਪਣੇ ਆਪ ਨੂੰ ਕਹਿੰਦਾ ਅਰਜਨ ਕਹਾਉਂਦਾ, ਗੁਰੂ ਕਹਾ ਰਿਹਾ ਹੈ, ਜਿਹਦੀ ਕਈ ਪੁਸਤਾਂ ਤੋਂ ਲੈ ਕੇ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਹੈ ਗੁਰਤਾ ਗੱਦੀ। ਇਹ ਕਹਿੰਦਾ ਬੜਾ ਪਖੰਡੀ ਹੈ। ਉਹਨੇ ਬਹੁਤ ਅਪਮਾਨਜਨਕ ਸ਼ਬਦ ਬੋਲੇ ਸਾਧ ਸੰਗਤ ਜੀ ਤੁਝ ਕੇ ਜਹਾਂਗੀਰ ਦੇ ਵਿੱਚ। ਇਉਂ ਅੰਦਰੋਂ ਚਾਹੁੰਦਾ ਸੀ ਉਹ ਵੀ ਇਸਲਾਮ ਧਰਮ ਦੀ ਉન્નਤੀ ਹੋਵੇ, ਪਰ ਜਿਹੜੇ ਇਹ ਰਾਜਨੀਤਿਕ ਲੋਕ ਹੁੰਦੇ ਆ, ਇਹ ਸਾਧ ਸੰਗਤ ਜੀ ਚਤਰ ਚਲਾਕ ਬਹੁਤ ਹੁੰਦੇ ਆ। ਜਦੋਂ ਇਸ ਦੇ ਕੋਲ ਸਾਰੀ ਗੱਲ ਲੈ ਕੇ ਗਏ ਸੀ, ਪਹੁੰਚੀ, ਤੇ ਅੰਦਰੋਂ ਤਾਂ ਇਹ ਵੀ ਚਾਹੁੰਦਾ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਗੁਰਤਾ ਗੱਦੀ ਤੇ ਵਿਰਾਜਮਾਨ ਨੇ ਪੰਜਵੇਂ ਥਾਂ ਤੇ, ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਪੁਸਤ ਦਰ ਪੁਸਤ ਚੱਲੀ ਆਉਂਦੀ ਹੈ ਇਹ ਬੰਦ ਕਰੀ ਜਾਵੇ। ਇਉਂ ਉਹਨੇ ਅੰਦਰ ਖਾਤੇ ਆਪ ਸਾਧ ਸੰਗਤ ਜੀ ਚੰਦੂ ਨੂੰ ਸਭ ਕੁਝ ਕਹਿ ਕੇ ਆਪ ਸਿੰਧ ਵੱਲ ਨੂੰ ਚਲਿਆ ਗਿਆ, ਅਤੇ ਇੱਕ ਮੁਰਜਦਾ ਖਾਨ ਸੀ, ਉਹਨੂੰ ਕਹਿ ਦਿੱਤਾ ਵੀ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਜਿਹੜਾ ਸਾਰਾ ਘਰ ਘਾਟ ਹੈ, ਉਸ ਸਾਰੇ ਘਰ ਘਾਟ ਨੂੰ ਤੁਸੀਂ ਖਤਮ ਕਰ ਦਿਓ, ਲੁੱਟ ਲਓ। ਇਉਂ ਸਾਧ ਸੰਗਤ ਜੀ ਸਮਾਂ ਲੰਘਦਾ ਗਿਆ। ਫਿਰ ਖੁਸਰੋ ਦੀ ਗੱਲ ਆਉਂਦੀ ਹੈ ਵੀ ਖੁਸਰੋ ਨੂੰ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਨਾਹ ਦਿੱਤੀ ਸੀ, ਗੋਇੰਦਵਾਲ ਸਾਹਿਬ। ਇਹ ਸਾਧ ਸੰਗਤ ਜੀ ਇਤਿਹਾਸਕਾਰਾਂ ਦੇ ਵੱਖੋ ਵੱਖਰੇ ਮਤ ਹੈ। ਕਿਉਂ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਸੱਜਣ ਨੇ ਇੱਕ ਸਰੋਤ ਪੜ੍ਹਿਆ ਹੋਵੇ। ਕਈ ਇਤਿਹਾਸਕਾਰ ਇਹ ਲਿਖਦੇ ਆ ਵੀ ਜਦੋਂ ਖੁਸਰੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਮਿਲਿਆ ਸੀ, ਵੀ ਸਤਿਗੁਰੂ ਸਾਹਿਬ ਮਹਾਰਾਜ ਤੋਂ ਉਹਨੇ ਪੈਸਿਆਂ ਦੀ ਮੰਗ ਕਰੀ ਸੀ ਵੀ ਮੇਰੀ ਫੌਜ ਭੁੱਖੀ ਹੈ, ਮੈਨੂੰ ਫੌਜ ਵਾਸਤੇ ਤੇ ਕੁਝ ਮੈਨੂੰ ਜੋ ਮੇਰਾ ਸਮਾਂ ਲੰਘ ਜਾਵੇ ਮੈਨੂੰ ਪੈਸੇ ਦੇਵੋ। ਕਈ ਇਤਿਹਾਸਕਾਰਾਂ ਨੇ ਸਾਧ ਸੰਗਤ ਜੀ ਲਿਖਿਆ ਵੀ 1 ਲੱਖ ਰੁਪਇਆ ਦਿੱਤਾ ਸੀ। ਕਈ ਇਤਿਹਾਸਕਾਰਾਂ ਨੇ ਲਿਖਿਆ 5000 ਰੁਪਇਆ ਦਿੱਤਾ ਸੀ। ਪਰ ਜੋ ਵਾਰਤਕ ਮਹਿਮਾ ਪ੍ਰਕਾਸ਼ ਗ੍ਰੰਥ ਹੈ ਉਹਦੇ ਵਿੱਚ ਲਿਖਿਆ ਵੀ ਕੇਵਲ ਖੁਸਰੋ ਆਪਣੇ ਸਾਥੀਆਂ ਦੇ ਸਮੇਤ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਗਿਆ ਸੀ, ਵੀ ਇਸ ਤੋਂ ਵੱਧ ਹੋਰ ਕੋਈ ਵੀ ਗੱਲ ਨਹੀਂ ਸੀ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਗੁਰੂ ਘਰ ਦੇ ਵਿੱਚ ਕੋਈ ਦੁਸ਼ਮਣ ਆ ਜਾਵੇ, ਕੋਈ ਪਾਪੀ ਆ ਜਾਵੇ, ਚੋਰ ਆ ਜਾਵੇ, ਗੁਰੂ ਘਰ ਦੇ ਵਿੱਚ ਲੰਗਰ ਤੋਂ ਕਿਸੇ ਨੂੰ ਵੀ ਜਵਾਬ ਨਹੀਂ ਦਿੱਤਾ ਜਾ ਸਕਦਾ। ਇਹ ਵੱਖੋ ਵੱਖਰੇ ਸਾਧ ਸੰਗਤ ਜੀ ਸਾਰਿਆਂ ਦੇ ਆਪੋ ਆਪਣੇ ਇਤਿਹਾਸਕਾਰਾਂ ਦੀ ਵਿਚਾਰ ਨੇ, ਜੋ ਉਹਨਾਂ ਨੇ ਆਪਣੀ ਆਪਣੀ ਮਤ ਦੇ ਅਨੁਸਾਰ ਸਾਰੇ ਵਿਚਾਰ ਅੰਕਿਤ ਕਰ ਦਿੱਤੇ ਨੇ। ਇਉਂ ਸਾਧ ਸੰਗਤ ਜੀ ਜੇ ਇਤਿਹਾਸਿਕ ਦੀਆਂ ਤਰੀਕਾਂ ਵੇਖੀਏ, ਤਰੀਕਾਂ ਦੇ ਵਿੱਚ ਜਦੋਂ ਖੁਸਰੋ ਜੇਲ੍ਹ ਚੋਂ ਭੱਜਿਆ ਸੀਗਾ ਆਪਣੇ 700 ਸਿਪਾਹੀਆਂ ਦੇ ਨਾਲ, ਜਦੋਂ ਉਹ ਗੋਬਿੰਦਵਾਲ ਸਾਹਿਬ ਆਉਂਦਾ ਹੈ ਤਾਂ ਬਾਦਸ਼ਾਹ ਗੋਬਿੰਦਵਾਲ ਸਾਹਿਬ ਤੋਂ ਅੱਗੇ ਲੰਘ ਜਾਂਦਾ ਹੈ। ਉਹਨੂੰ ਪਲ ਪਲ ਦੀ ਖਬਰ ਮਿਲ ਰਹੀ ਸੀ। ਇਉਂ ਸਾਧ ਸੰਗਤ ਜੀ ਇਹ ਛੋਟੇ ਛੋਟੇ ਕਾਰਨ ਮੰਨੇ ਹੈ।
ਅਖੀਰ ਦੇ ਵਿੱਚ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਸ਼ਹੀਦੀ ਦਾ ਜਿੱਥੋਂ ਕਾਰਨ ਬਣਿਆ, ਜਦੋਂ ਸਤਿਗੁਰੂ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਸੁਨੇਹਾ ਭੇਜ ਦਿੱਤਾ, ਚੰਦੂ ਨੇ ਸੁਨੇਹਾ ਭੇਜਿਆ ਵੀ ਤੁਸੀਂ ਖੁਸਰੋ ਨੂੰ ਪੈਸੇ ਦਿੱਤੇ ਐ, ਲੱਖ ਰੁਪਈਆ ਦਿੱਤਾ, ਵੀ ਜਾਂ ਤਾਂ ਇਸ ਦੇ ਬਦਲੇ ਤੁਸੀਂ 2 ਲੱਖ ਰੁਪਈਆ ਦੰਡ ਭਰ ਦੇਵੋ, ਤੇ ਜਾਂ ਫਿਰ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ, ਤੇ ਤੀਸਰਾ ਸੀ ਜਾਂ ਤੁਸੀਂ ਜੋ ਬਾਣੀ ਰਚੀ ਹੈ ਉਸ ਬਾਣੀ ਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦੇਵੋ, ਤੇ ਤਾਰੀਫ ਲਿਖ ਦੇਵੋ, ਤੇ ਇੱਕ ਤੁਸੀਂ ਬਾਦਸ਼ਾਹ ਜਹਾਂਗੀਰ ਦਾ ਵੇਰਵਾ ਪਾ ਦਿਓ ਵੀ ਉਸ ਵਕਤ ਜਿਹੜੀ ਹਕੂਮਤ ਸੀ ਉਹ ਜਹਾਂਗੀਰ ਬਾਦਸ਼ਾਹ ਦੀ ਸੀ ਜਦੋਂ ਇਹ ਗ੍ਰੰਥ ਲਿਖਿਆ ਗਿਆ। ਇਉਂ ਸਾਧ ਸੰਗਤ ਜੀ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਕੋਲੇ ਸੁਨੇਹਾ ਲੈ ਕੇ ਆਏ ਤਾਂ ਸਤਿਗੁਰੂ ਸਾਹਿਬ ਮਹਾਰਾਜ ਨੇ ਜਵਾਬ ਦੇ ਦਿੱਤਾ, ਕਹਿੰਦੇ ਇਹ ਗੁਰੂ ਘਰ ਦੀ ਮਾਇਆ ਹੈ, ਇਹ ਗੁਰੂ ਘਰ ਦੀ ਮਾਇਆ ਲੰਗਰਾਂ ਦੇ ਵਿੱਚ ਲੱਗ ਸਕਦੀ ਹੈ, ਇਮਾਰਤਾਂ ਦੇ ਵਿੱਚ ਲੱਗ ਸਕਦੀ ਹੈ, ਪਰ ਇਹ ਗੁਰੂ ਘਰ ਦੀ ਇਮਾਰਤ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਦੂਸਰੀ ਗੱਲ, ਜੇ ਅਸੀਂ ਮਾਇਆ ਦੇ ਵੀ ਦਿੰਦੇ ਹਾਂ ਤਾਂ ਅਸੀਂ ਗੁਨਾਹਗਾਰ ਬਣ ਜਾਵਾਂਗੇ, ਅਸੀਂ ਕੋਈ ਗੁਨਾਹ ਨਹੀਂ ਕੀਤਾ ਹੈ। ਇਉਂ ਸਾਧ ਸੰਗਤ ਜੀ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਆਪ ਸਤਿਗੁਰੂ ਸਾਹਿਬ ਮਹਾਰਾਜ ਜੀ ਫਿਰ ਲਾਹੌਰ ਨੂੰ ਚੱਲ ਪਏ। ਲਾਹੌਰ ਗਏ, ਸਭ ਤੋਂ ਪਹਿਲਾਂ ਚੰਦੂ ਮਿਲਿਆ, ਚੰਦੂ ਨੇ ਫਿਰ ਉਹ ਗੱਲਾਂ ਕਹਿ ਦਿੱਤੀਆਂ ਕਿ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਖ ਲਿਖ ਦੇਵੋ, ਉਹਨਾਂ ਦੀ ਤਾਰੀਫ ਲਿਖ ਦੇਵੋ, ਅਤੇ ਜਹਾਂਗੀਰ ਬਾਦਸ਼ਾਹ ਦੀ ਹਕੂਮਤ ਦਾ ਵੇਰਵਾ ਪਾ ਦੇਵੋ, ਜਾਂ ਤੁਸੀਂ ਜੁਰਮਾਨਾ ਭਰ ਦੇਵੋ। ਇਉਂ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਦੁਬਾਰੇ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਫੇਰ ਜਵਾਬ ਦੇ ਦਿੱਤਾ। ਫਿਰ ਗੁਰੂ ਸਾਹਿਬ ਜੀ ਨੂੰ ਚੰਦੂ ਆਪਣੀ ਹਵੇਲੀ ਦੇ ਵਿੱਚ, ਆਪਣੇ ਘਰ ਦੇ ਵਿੱਚ ਲੈ ਗਿਆ। ਜੋ ਸਾਧ ਸੰਗਤ ਜੀ ਉੱਥੇ ਅੱਜ ਵੀ ਖੂਹ, ਜਿੱਥੇ ਖੂਹ ਸੀ ਹਵੇਲੀ ਦੇ ਵਿੱਚ, ਉਸੇ ਸਤਿਗੁਰਾਂ ਦੀ ਯਾਦਗਾਰ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ। ਜਿਹੜੇ ਨਾਲ ਸਿੰਘ ਸਨ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ ਇਤਿਆਦਿਕ ਜਿਹੜੇ ਗੁਰਸਿੱਖ ਸਨ, ਉਹਨਾਂ ਨੂੰ ਡਿਊਟੀ ਦੇ ਵਿੱਚ ਕੈਦ ਕਰ ਦਿੱਤਾ। ਸਮਾਂ ਲੰਘਿਆ, ਜਦੋਂ ਪਹਿਲਾ ਦਿਨ ਹੋਇਆ ਸਾਧ ਸੰਗਤ ਜੀ, ਪਹਿਲੇ ਦਿਨ ਚੰਦੂ ਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਕੀ ਕਸ਼ਟ ਦਿੱਤੇ ਸੀ। ਪਹਿਲਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਦਾ ਜੇ ਸਮੁੱਚਾ ਜੀਵਨ ਗੁਰੂ ਸਵਾਰਿਓ ਪੜ੍ਹਦੇ ਆ ਨਾ, ਤਾਂ ਸਮੁੱਚੇ ਜੀਵਨ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਦੇ ਵੀ ਕ੍ਰੋਧ ਵਾਲੇ ਸੁਭਾਅ ਦੇ ਵਿੱਚ ਨਹੀਂ ਆਏ ਸਨ, ਸ਼ਾਂਤ ਸੁਭਾਅ ਦੇ ਵਿੱਚ ਸਨ। ਭਾਵੇਂ ਸੁਲੱਭੀ ਖਾਂ ਚੜ੍ਹ ਕੇ ਆਇਆ, ਭਾਵੇਂ ਸੁਲੀਹੀ ਖਾਂ ਚੜ੍ਹ ਕੇ ਆਇਆ, ਭਾਵੇਂ ਪਿਰਥੀ ਚੰਦ ਈਰਖਾ ਕਰਦਾ ਸੀ, ਸਾਹਿਬਜ਼ਾਦੇ ਨੂੰ ਅਨੇਕਾਂ ਯਤਨ ਕੀਤੇ ਮਾਰਨ ਦੇ, ਕਦੇ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕ੍ਰੋਧ ਦੇ ਵਿੱਚ ਨਹੀਂ ਆਏ, ਵੀਰ ਰਸ ਦੇ ਵਿੱਚ ਨਹੀਂ ਆਏ, ਸ਼ਾਂਤ ਰਸ ਦੇ ਵਿੱਚ ਰਹੇ। ਪਹਿਲੇ ਦਿਨ ਚੰਦੂ ਨੇ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਭੁੱਖਾ ਰੱਖਿਆ ਜਾਵੇ, ਪਿਆਸਾ ਰੱਖਿਆ ਜਾਵੇ, ਤੇ ਇਹਨਾਂ ਨੂੰ ਅਨੀਂਦਰਾ ਰੱਖਿਆ ਜਾਵੇ। ਜੇ ਇਹ ਪਾਣੀ ਮੰਗਣਾ ਤਾਂ ਪਾਣੀ ਦੇ ਬਦਲੇ ਇਹਨਾਂ ਨੂੰ ਕਹਿ ਦਿਓ ਵੀ ਤੁਸੀਂ 1 ਲੱਖ ਰੁਪਈਆ ਦੇ ਦਿਓ, ਤੁਹਾਨੂੰ ਅਸੀਂ ਪਾਣੀ ਦੇ ਦਿੰਦੇ ਹਾਂ। ਜੇ ਕੁਝ ਖਾਣ ਵਾਸਤੇ ਮੰਗਣਾ ਤਾਂ ਤੁਸੀਂ ਕਹਿ ਦਿਓ ਵੀ 1 ਲੱਖ ਰੁਪਈਆ ਦੇ ਦੇ, ਖਾਣ ਵਾਸਤੇ ਦੇ ਦਿੰਦੇ ਹਾਂ। ਜੇ ਸੌਣ ਵਾਸਤੇ ਕਹਿਣ ਦਿਓ, ਕਹਿ ਦਿਓ ਵੀ 1 ਲੱਖ ਰੁਪਈਆ ਦਿਓ। ਇਉਂ ਚੰਦੂ ਨੇ ਸੋਚਿਆ ਵੀ ਇਹ 3 ਲੱਖ ਰੁਪਈਆ ਹੋ ਜਾਵੇਗਾ ਤੇ 2 ਲੱਖ ਮੈਂ ਬਾਦਸ਼ਾਹ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦੇਵਾਂਗਾ, ਅਤੇ ਜੋ 1 ਲੱਖ ਰੁਪਈਆ ਬਚੇਗਾ ਉਹ ਮੈਂ ਆਪਣੇ ਕੋਲ ਰੱਖ ਲਵਾਂਗਾ। ਪਹਿਲੇ ਦਿਨ ਸਾਧ ਸੰਗਤ ਜੀ ਇਹ ਕਸ਼ਟ ਦਿੱਤਾ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡਿਆਂ ਦਾ ਵਚਨ ਯਾਦ ਕੀਤਾ
जे सुख देह तां तुझै आराधी, दुख भी सुख मनाई। जे भुख देह तां इत ही राजा, दुख विच सुख मनाई। हे श्री गुरु रामदास साहिब महाराज जी, जे तुसी दुख देवो, दुख दे विच भी मैं तैनूं ध्याना करां। जे तू मैनू सुख देना करें, सुख दे विच भी मैं तैनूं ध्याना करां। जे तू मैनू भुख दे दें, भाव मैं भुखा ध्याया प्यासा होवां, फिर भी तुसी किरपा करियो मैं तुहाडे नाम नूं ध्याउंदा रहां। इउं साध संगत जी सतगुरु साहिब महाराज जी ने कहण तो भाव भी दुख दे विच भी ते सुख दे विच भी जो अवस्था सी वो सारी सतगुरां दे शब्द दा ओट आसरा लैके अपने शरीर ते हंडाई। दूसरा साध संगत जी दूसरे दिन तसीहा दिता भी इन्हां दे सीस दे विच तत्ती रेत करके पा दिती जावे। तत्ती रेत सिर ते पाई गई। ते तीसरा साध संगत जी देग दे विच उबालिया गया। देखो भावें सतगुरु साहिब महाराज जी नूं जिहड़ी आगण सी, अग साड़ नहीं सकती सी। जल नहीं डूबै तस्कर नहीं लेवै, भाए ना सकै जाले। साड़ नहीं सकती सी, क्यों सतगुरां दे हुक्म विच सी सब कुछ। पौण पाणी वै संतर, जिन्ने भी यह संसार दी प्रकृति है सारी सतगुरां दे अधीनगी दे विच सी। पर फिर भी सतगुरां ने भाणा मन्निया, तेरा किया मीठा लागै, हर नाम पदार्थ नानक मंगै। इउं साध संगत जी सीस दे विच तत्ती रेत पाउण तो बाद देग दे विच सतगुरां दे शरीर नूं उबालिया गया। उस तो बाद सतगुरां ने जो शरीर नूं उबालण तो बाद जिस तरह दी चमड़ी हो जाती है, उस तरह दी चमड़ी शरीर दी कर लई। उस तो बाद तत्ती लोह पखाई गई। जदों तत्ती लोह गुरु सवारे पखाई गई ना, आम गल है साध संगत जी, जे अपने दे विचों भी कोई गुरु का सिख जिहदी गुरां ते चरनां दे नाल प्रीति होवेगी, जदों उस वक्त तत्ती तवी पखाई गई तां भाई प्राणा जी इतिहास दे विच लिखिया भी नठ के आ गए। सतगुरां दा शरीर वेख्या भी सतगुरां दा शरीर तत्ती तवी ते बिठाउण लगे ने, कहंदा भी मैं तत्ती तवी ते पहलां पै जावां भी मेरा गुरु मेरे शरीर दे उपर अपने चरण धर के खड़ जावेगा। सिपाहियां ने फड़ लिया। श्री गुरु अर्जन देव साहिब महाराज ने भी इशारा कर दिता, गुरसिखा ये जो कुछ हो रहा है परमेश्वर दे भाणे दे विच हो रहा है। तत्ती तवी ते सतगुरां नूं बिठाया गया। उपरों जालम ने हुक्म कर दिता भी इन्हां दे सीस दे विच तत्ती रेत भी पाई जावे। सारे लाहौर शहर दे विच गुरु सवारिओ हाहाकार मच गई। एक कोई बीबी ये वारता देख के गई सी। वारता देख के गई, रोंदी करलाउंदी जांदी है। उन्होंने अगों कोई सहेली मिली, कहन लगी भैणे की गल हुई? तां कुछ ना बोली। जदों बार बार कहन लगी, कहंदी की गल है? अगों फिर वो बोलदी है, अगों कहा सहेली ने सुनी भैणे, मैथों दुख दी गल कही ना जावे। तत्ती तवी ते बैठा अर्जन गुरु, तत्ती रेत सीस दे पई जावे। हे भैणे मैं ये वारता तैनू दस नहीं सकती। जो लाहौर दे विच ये जुल्म हो रहा है, जो कहर हो रहा है, मैं तैनू शब्दां दे विच बयान नहीं करके दस सकती। उधरों साध संगत जी साईं मियाँ मीर जी नूं जदों पता लग्या, साईं मियाँ मीर जी दौड़िया दौड़िया आया, आके सतगुरु साहिब महाराज दे चरनां दे विच दूरों नमस्कार करी
ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਹੁਕਮ ਕਰੋ, ਇਹ ਸਾਰੇ ਜਿੰਨੇ ਜ਼ਾਲਮ ਲੋਕ ਨੇ ਇਹਨਾਂ ਨੂੰ ਮੈਂ ਖਤਮ ਕਰ ਦੇਵਾਂ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਸਾਈਂ ਮੀਆਂ ਮੀਰ ਨੇਤਰ ਬੰਦ ਕਰ। ਜਦੋਂ ਨੇਤਰ ਬੰਦ ਕਰੇ ਕੀ ਵੇਖਦਾ ਵੀ ਅਸਮਾਨ ਦੇ ਵਿੱਚ 33 ਕਰੋੜ ਦੇਵੀ ਦੇਵਤੇ ਸਿੱਧ ਨਾਥ ਜਿੰਨੇ ਨੇ ਸਾਰੇ ਹੱਥ ਜੋੜੀ ਖੜੇ ਨੇ ਕੇਵਲ ਗੁਰੂ ਸਾਹਿਬ ਜੀ ਦਾ ਹੁਕਮ ਮੰਨਣ ਵਾਸਤੇ ਵੀ ਸਾਨੂੰ ਆਗਿਆ ਕਰਨ, ਅਸੀਂ ਇਹਨਾਂ ਜ਼ਾਲਮਾਂ ਦਾ ਖਾਤਮਾ ਕਰ ਦਈਏ। ਜਦੋਂ ਗੁਰੂ ਸਵਾਰਿਓ ਸਾਈਂ ਮੀਆਂ ਮੀਰ ਨੇ ਵੇਖਿਆ ਹੱਥ ਜੋੜ ਲਏ। ਕਹਿੰਦੇ ਸਾਈਂ ਮੀਆਂ ਮੀਰ ਇਹ ਸਭ ਕੁਝ ਮੈਂ ਵੀ ਕਰ ਸਕਦਾ ਹਾਂ, ਪਰਮੇਸ਼ਰ ਦੇ ਭਾਣੇ ਵਿੱਚ ਹੈ। ਸਾਈਂ ਜੀ ਇੱਕ ਵਾਰ ਤੁਸੀਂ ਇਹ ਸ਼ੰਕਾ ਕੀਤੀ ਸੀ ਗੁਰਬਾਣੀ ਦੇ ਉੱਪਰ ਜਦੋਂ ਅਸੀਂ ਸੁਖਮਣੀ ਸਾਹਿਬ ਉਚਾਰਨ ਕੀਤੀ ਸੀ ਵੀ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ 7ਵੀਂ ਤੇ 8ਵੀਂ ਅਸ਼ਟਪਦੀ ਦੇ ਵਿੱਚ ਜੀਵਨ ਮੁਕਤਾਂ ਦੇ ਬ੍ਰਹਮ ਗਿਆਨੀ ਪੁਰਖਾਂ ਦੇ ਲੱਛਣ ਦੱਸੇ ਹੈ ਵੀ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਕੋਈ ਹੋਵੇਗਾ। ਕਹਿਣ ਲੱਗਾ ਸਾਈਂ ਮੀਆਂ ਮੀਰ ਸਤਿਗੁਰੂ ਜੀ ਮੇਰੀ ਭੁੱਲ ਸੀ। ਕਹਿੰਦੇ ਸਾਈਂ ਮੀਆਂ ਮੀਰ ਜੀ ਗੁਰੂ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਵੇਖ ਲਾ ਜੋ ਮੈਂ ਕਿਹਾ ਸੀ ਗੁਰਬਾਣੀ ਦੇ ਵਿੱਚ ਝੂਠ ਤਾਂ ਨਹੀਂ। ਜੋ ਤੈਨੂੰ ਕਿਹਾ ਸੀ ਵੀ ਪਰਮੇਸ਼ਰ ਦੀ ਆਗਿਆ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨਾਮ ਜਪਣ ਵਾਲਿਆਂ ਦੀ ਐਸਾ ਹੀ ਅਵਸਥਾ ਹੁੰਦੀ ਹੈ। ਪ੍ਰਭ ਕੀ ਆਗਿਆ ਆਤਮ ਹਤਾਵੈ ਜੀਵਨ ਮੁਕਤ ਸੋ ਕਹਾਵੈ। ਤੈਸਾ ਸਵਰਨ ਤੈਸੀ ਉਸ ਮਾਟੀ, ਇਹ ਤੁਸੀਂ ਸੁਖਮਣੀ ਸਾਹਿਬ ਚ ਪੜ੍ਹਦੇ ਹੋ, ਸਾਰੀ ਵਾਰਤਾ ਹੈ। ਫਿਰ ਜਦੋਂ ਸਾਧ ਸਾਂਝੀ ਸਤਿਗੁਰਾਂ ਦਾ ਐਸਾ ਸਰੀਰ ਵੇਖਿਆ ਧਾਹਾਂ ਮਾਰ ਮਾਰ ਕੇ ਰੋਇਆ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਚਾਰੇ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਜੁੱਸਾ ਨਾਮ ਸਰੀਰ ਦਾ ਹੁੰਦਾ ਹੈ ਸੰਸਕ੍ਰਿਤ ਦੇ ਵਿੱਚ। ਕਹਿੰਦੇ ਚਾਰੇ ਤਰਫ ਅੱਗ ਵਰਸ ਰਹੀ ਹੈ ਪਰ ਮੇਰੀ ਸੱਚੀ ਸਰਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਜਿਹੜਾ ਸਰੀਰ ਹੈ ਇਹ ਛਾਲੇ ਛਾਲੇ ਹੋ ਗਿਆ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਹੋ ਵਿਆਕਲ ਰੋਵੇ ਉੱਚੀ ਧਾਹਾਂ ਮਾਰ ਕੇ। ਕਹਿੰਦੇ ਉੱਚੀ ਉੱਚੀ ਧਾਹਾਂ ਮਾਰ ਕੇ ਸਾਈਆਂ ਮੀਆਂ ਮੀਰ ਰੋਣ ਲੱਗ ਪਿਆ, ਇਤਨਾ ਰੋਇਆ। ਫਿਰ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਸਾਈਂ ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ। हे ਸਾਈਂ ਜੀ ਤੂੰ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ, ਇਸ ਚੰਮ ਦੀ ਪ੍ਰੀਤੀ ਕਰ ਰਿਹਾ ਹੈ। ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋ ਗਿਆ ਸਾਈਂ ਮੀਆਂ ਮੀਰ ਜੀ ਜੇ ਇਹ ਸਰੀਰ ਤਪ ਰਿਹਾ ਪਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸ਼ਾਂਤ ਹਾਂ। ਇਉਂ ਸਾਧ ਸੰਗਤ ਜੀ ਫਿਰ ਸਾਈਂ ਮੀਆਂ ਮੀਰ ਜੀ ਚਲਿਆ ਗਿਆ। ਫਿਰ ਚੰਦੂ ਦੀ ਜਿਹੜੀ ਨੂੰਹ ਸੀ ਉਹ ਹਿੰਦੂ ਘਰਾਣੇ ਦੇ ਨਾਲ ਸੰਬੰਧਿਤ ਰੱਖਦੀ ਸੀ। ਸਤਿਗੁਰਾਂ ਦੀ ਹਾਲਤ ਵੇਖ ਕੇ ਫਿਰ ਠੰਡਾ ਦੁੱਧ ਲੈ ਕੇ ਆਈ। ਕਹਿਣ ਲੱਗੀ ਸਤਿਗੁਰੂ ਜੀ ਇਹ ਜ਼ਾਲਮ ਲੋਕ ਨੇ, ਪਤਾ ਨਹੀਂ ਮੇਰਾ ਕੋਈ ਕਿਹੜਾ ਮਾੜਾ ਕਰਮ ਕਰਿਆ ਸੀ ਵੀ ਮੈਂ ਇਹਨਾਂ ਜ਼ਾਲਮਾਂ ਦੇ ਘਰ ਦੇ ਵਿੱਚ ਪੈਦਾ ਹੋਈ। ਆਪ ਜੀ ਨੂੰ ਕਿੰਨੇ ਦਿਨ ਹੋ ਗਏ ਭੁੱਖੇ ਹੋ ਪਿਆਸੇ ਹੋ, ਮੇਰੀ ਗਰੀਬਣੀ ਦੀ ਜੋ ਮੈਂ ਲੈ ਕੇ ਆਈ ਹਾਂ ਇਹ ਮੇਰੀ ਭੇਟਾ ਪ੍ਰਵਾਨ ਕਰੋ, ਅੱਜ ਛਕ ਲਓ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਪੁੱਤਰੀ ਅਸੀਂ ਇਸ ਜ਼ਾਲਮ ਦੇ ਘਰ ਦਾ ਕੁਝ ਖਾ ਪੀ ਨਹੀਂ ਸਕਦੇ, ਤੂੰ ਭਾਵਨਾ ਦੇ ਨਾਲ ਲੈ ਕੇ ਆਈ ਹੈ। ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਗੁਰਸਿੱਖ ਇਹ ਠੰਡੇ ਮਿੱਠੇ ਪਾਣੀ ਦੀਆਂ ਦੁੱਧ ਦੀਆਂ ਛਬੀਲਾਂ ਲਾਉਣਗੇ ਜੋ ਤੇਰੀ ਯਾਦ ਤਾਜ਼ਾ ਕਰਿਆ ਕਰਨਗੀਆਂ।
ਇਉਂ ਸਾਧ ਸੰਗਤ ਜੀ ਚੰਦੂ ਦੀ ਨੂੰਹ ਸੀ ਜਿਹੜੀ ਚਲੀ ਗਈ। ਉਸ ਤੋਂ ਬਾਅਦ ਫਿਰ ਜਦੋਂ ਦੂਸਰੇ ਦਿਨ ਚੰਦੂ ਆਇਆ, ਆ ਕੇ ਕਹਿਣ ਲੱਗਿਆ ਵੀ ਜੋ ਤੁਹਾਨੂੰ ਸ਼ਰਤਾਂ ਰੱਖੀਆਂ ਸੀ ਮਨਜ਼ੂਰ ਨੇ। ਫਿਰ ਸਤਿਗੁਰੂ ਸਾਹਿਬ ਮਹਾਰਾਜ ਨੇ ਕਹਿਤਾ ਵੀ ਨਹੀਂ, ਜੋ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਉਹ ਚੰਗਾ ਹੈ। ਫਿਰ ਸਤਿਗੁਰੂ ਸਾਹਿਬ ਮਹਾਰਾਜ ਨੂੰ ਅਖੀਰਲੀ ਇੱਛਾ ਪੁੱਛੀ ਵੀ ਇੱਛਾ ਕੀ ਹੈ, ਤਾਂ ਸਤਿਗੁਰਾਂ ਨੇ ਕਿਹਾ ਕਿ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਇਸ਼ਨਾਨ ਕਰਨ ਦੇ ਵਾਸਤੇ ਕਈ ਇਤਿਹਾਸਕਾਰਾਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਲਿਖਿਆ ਵੀ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਸੀ, ਗੁਰੂ ਕੇ ਸਿੱਖ ਵਾਪਸ ਹੋ ਗਏ ਸੀ। ਕਈ ਇਤਿਹਾਸਕਾਰਾਂ ਨੇ ਐਸਾ ਲਿਖਿਆ ਵੀ ਭਾਈ ਪ੍ਰਾਣਾ ਜੀ ਜਿਹੜੇ ਹੋਰ ਗੁਰਸਿੱਖ ਸਨ, ਸਤਿਗੁਰੂ ਜੀ ਉਹਨਾਂ ਦਾ ਸਹਾਰਾ ਪਾ ਕੇ ਰਾਵੀ ਦਰਿਆ ਦੇ ਕਿਨਾਰੇ ਤੇ ਗਏ। ਸਰੀਰ ਗਰਮ ਸੀ ਤੇ ਰਾਵੀ ਦਾ ਪਾਣੀ ਠੰਡਾ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਸਤਿਗੁਰਾਂ ਨੇ ਜੋ ਆਪਣਾ ਪੰਜ ਭੌਤਿਕ ਸਰੀਰ ਸੀ ਇਸ ਨੂੰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ। ਗੁਰਸਿੱਖਾਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਸਰੀਰ ਦਾ ਸੰਸਕਾਰ ਕਰਿਆ। ਇੱਥੇ ਸਾਧ ਸੰਗਤ ਜੀ ਇਤਿਹਾਸਕਾਰਾਂ ਦੇ ਵੱਖੋ ਵੱਖਰੇ ਮਤ ਹੋ ਜਾਂਦੇ ਆ। ਫਿਰ ਕਵੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਉਹ ਲਿਖਦੇ ਆ ਵੀ ਸਤਿਗੁਰਾਂ ਦਾ ਜਿਹੜਾ ਸਰੀਰ ਸੀ ਉਹ ਜਲ ਪ੍ਰਵਾਹ ਕੀਤਾ ਗਿਆ। ਲੇਕਿਨ ਅੱਗੇ ਜਾ ਕੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਸਿੱਖ ਜਾ ਕੇ ਸ਼ਹੀਦੀ ਦਾ ਸਾਕਾ ਦੱਸਦੇ ਆ, ਉੱਥੇ ਕਵੀ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਆ ਵੀ ਗੁਰਸਿੱਖਾਂ ਨੇ ਜਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਦੱਸਿਆ ਵੀ ਸਤਿਗੁਰਾਂ ਦਾ ਪਾਵਨ ਸਰੀਰ ਸੀ ਜਿਹੜਾ ਚੰਦਨ ਚਿਖਾ ਜਲਾਏ ਸਰੀਰ, ਵੀ ਚੰਦਨ ਦੀ ਚਿਖਾ ਤਿਆਰ ਕਰਕੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਕਈ ਇਤਿਹਾਸਕਾਰ ਲਿਖਦੇ ਆ ਵੀ ਜਲ ਪ੍ਰਵਾਹ ਕੀਤਾ ਗਿਆ। ਸਭ ਤੋਂ ਜਿਹੜਾ ਪੁਰਾਣਾ ਸਰੋਤ ਹੈ ਮਹਿਮਾ ਪ੍ਰਕਾਸ਼ ਜੋ ਵਾਰਤਕ ਦੇ ਵਿੱਚ ਲਿਖਿਆ ਹੈ, ਉਹਦੇ ਵਿੱਚ ਸਾਧ ਸੰਗਤ ਜੀ ਸੰਸਕਾਰ ਦੀ ਹੀ ਗੱਲ ਲਿਖੀ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ। ਤੇ ਕਈ ਇਤਿਹਾਸਕਾਰਾਂ ਨੂੰ ਹੋ ਸਕਦਾ ਵੀ ਇਹ ਭੁਲੇਖਾ ਲੱਗ ਗਿਆ ਹੋਵੇ ਵੀ ਸਤਿਗੁਰਾਂ ਦੇ ਸੰਸਕਾਰ ਤੋਂ ਬਾਅਦ ਜਿੰਨੀ ਵੀ ਰਾਖ ਸੀ ਉਹ ਸਾਰੀ ਰਾਖ ਜਲ ਪ੍ਰਵਾਹ ਕਰ ਦਿੱਤੀ ਸੀ। ਇਉਂ ਸਾਧ ਸੰਗਤ ਜੀ ਜੋ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਹੈ ਉਹ ਕੱਲ੍ਹ ਨੂੰ ਆ ਰਿਹਾ ਹੈ। ਉਸ ਦੇ ਸੰਬੰਧ ਦੇ ਵਿੱਚ ਜੋ ਮਹਾਂਪੁਰਖਾਂ ਵੱਲੋਂ ਅੱਜ ਸਾਧ ਸੰਗਤ ਜੀ ਗੁਰਮਤਿ ਸਮਾਗਮ ਰੱਖੇ ਗਏ ਨੇ। ਭਾਈ ਗੁਰਦਾਸ ਜੀ ਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਜੋ ਪਾਵਨ ਸ਼ਹੀਦੀ ਹੈ, ਜੋ ਪੰਜ ਸਤਿਗੁਰੂ ਸਾਹਿਬ ਮਹਾਰਾਜ ਦੇ ਸ਼ਹੀਦੀ ਦੇ ਕਾਰਨ ਸੀ, ਉਹ ਵੀ ਉਹਨਾਂ ਨੇ ਅੰਕਿਤ ਕੀਤੇ ਹੈ। ਸੋ ਆਓ ਸਾਧ ਸੰਗਤ ਜੀ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਆਉਣ ਵਾਲਾ ਸਮਾਂ ਹੈ ਜੋ ਆਪ ਗੁਰਮੁਖ